यीशु बुला रहा, यीशु बुला रहा, तेरा नाम ले लेकर तुझे यीशु बुला रहा, तेरा नाम ले लेकर तुझे यीशु बुला रहा, यीशु बुला रहा, यीशु बुला रहा, तेरा नाम ले लेकर तुझे यीशु बुला रहा, तेरा नाम ले लेकर तुझे यीशु बुला रहा। पाएगा तू जीत कर इस दुनिया को, क्या लाभ होगा खोकर आत्मा को। तू आ जा यीशु के पास, तुझे यीशु बुला रहा, आजा यीशु के पास, तुझे यीशु बुला रहा, यीशु बुला रहा, यीशु बुला रहा, तेरा नाम ले लेकर तुझे यीशु बुला रहा, तेरा नाम ले लेकर तुझे यीशु बुला रहा। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭੈਣੋ ਤੇ ਭਰਾਓ, ਸਾਡੇ ਲਈ ਐਤਵਾਰ ਦਾ ਦਿਨ ਸਬਤ ਦਾ ਦਿਨ ਹੈ। ਹਰ ਐਤਵਾਰ ਸਾਡੇ ਲਈ ਇੱਕ ਮਿੰਨੀ ਈਸਟਰ ਹੈ। ਇਸ ਕਰਕੇ ਐਤਵਾਰ ਸਾਡੇ ਲਈ ਹਫਤੇ ਦੇ ਸਾਰੇ ਦਿਨਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਹੈ, ਖਾਸ ਹੈ। ਅੱਜ ਅਸੀਂ ਖੁਦਾ ਦੇ ਵਚਨ ਉੱਤੇ ਧਿਆਨ ਲਾਈਏ, ਖਾਸ ਤੌਰ 'ਤੇ ਆਪਣੀ ਬੁਲਾਹਟ 'ਤੇ। ਮਸੀਹੀ ਈਮਾਨ ਨੂੰ ਅਸੀਂ ਸਾਰਿਆਂ ਨੇ ਆਪਣੀ ਆਜ਼ਾਦ ਮਰਜ਼ੀ ਨਾਲ ਕਬੂਲ ਕੀਤਾ ਹੈ ਅਤੇ ਪ੍ਰਭੂ ਚਾਹੁੰਦਾ ਹੈ ਜਿਸ ਤਰ੍ਹਾਂ ਉਸਨੇ ਚੇਲਿਆਂ ਨੂੰ ਰਸੂਲ ਹੋਣ ਲਈ ਮਖਸੂਸ ਕੀਤਾ, ਉਸੇ ਤਰ੍ਹਾਂ ਉਹ ਚਾਹੁੰਦਾ ਹੈ ਕਿ ਅਸੀਂ ਸਿਰਫ 10 ਹੁਕਮਾਂ ਤੱਕ ਸੀਮਤ ਨਾ ਰਹੀਏ। 10 ਹੁਕਮਾਂ ਦੀ ਪਾਲਣਾ ਕਰਨੀ ਹੀ ਸਾਡਾ ਉਦੇਸ਼ ਨਹੀਂ ਹੋਣਾ ਚਾਹੀਦਾ। ਪ੍ਰਭੂ ਸਾਨੂੰ ਇਸ ਤੋਂ ਵੀ ਅੱਗੇ ਜਾਣ ਲਈ ਕਹਿੰਦਾ ਹੈ। ਜੇਕਰ ਅਸੀਂ ਸਨ ਲੂਕਾ ਦੀ ਅੰਜੀਲ ਵਿੱਚ ਵੇਖਦੇ ਹਾਂ, 2 ਤੋਂ 3 ਐਤਵਾਰ ਤੋਂ ਅਸੀਂ ਸਨ ਲੂਕਾ ਦੀ ਅੰਜੀਲ 6ਵੇਂ ਅਧਿਆਇ ਤੋਂ ਐਤਵਾਰ ਦਾ ਵਚਨ ਪੜ੍ਹਦੇ ਆ ਰਹੇ ਹਾਂ। ਤੇ ਪ੍ਰਭੂ ਆਪਣੇ ਚੇਲਿਆਂ ਦੀ ਚੋਣ ਕਰਨ ਤੋਂ ਬਾਅਦ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਕਹਿੰਦਾ ਹੈ ਕਿ ਤੁਹਾਡੇ ਵਿੱਚੋਂ ਧਨ ਲੋਕ ਕੌਣ ਹਨ? ਉਹ ਜਿਹੜੇ ਗਰੀਬ ਹਨ, ਜਿਹੜੇ ਸੋਗ ਕਰਦੇ ਹਨ, ਜਿਹੜੇ ਦੁੱਖ ਵਿੱਚ ਹਨ, ਜਿਨ੍ਹਾਂ ਨੂੰ ਲੋਕ ਨਫ਼ਰਤ ਕਰਦੇ ਹਨ, ਇਹੋ ਜਿਹੇ ਲੋਕ ਧਨ ਹਨ। ਫਿਰ ਪ੍ਰਭੂ ਕਹਿੰਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਆਪਣੇ ਲੋਕਾਂ ਦੇ ਨਾਲ, ਜਾਂ ਜਿੱਦਾਂ ਆਪਾਂ ਲੋਕਾਂ ਵਿੱਚ ਰਹਿੰਦੇ ਹਾਂ, ਸਾਡਾ ਵਤੀਰਾ, ਸਾਡਾ ਰੁਖ, ਬਿਹੇਵੀਅਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਜੇਕਰ ਅਸੀਂ 10 ਹੁਕਮ ਹੀ ਮੰਨਦੇ ਹਾਂ, ਪਹਿਲੇ 3 ਹੁਕਮ ਖੁਦਾ ਦੇ ਪ੍ਰਤੀ, ਬਾਕੀ ਸਾਰੇ 7 ਹੁਕਮ, ਚੌਥੇ ਤੋਂ ਲੈ ਕੇ 10ਵੇਂ ਹੁਕਮ ਤੱਕ ਬਾਕੀ ਦੇ 7 ਹੁਕਮ ਆਪਾਂ ਵੇਖੀਏ,
ਤਾਂ ਜੋ ਸਮਾਜ ਹੈ ਜਿੱਥੇ ਆਪਾਂ ਰਹਿੰਦੇ ਹਾਂ, ਜੋ ਸਮਾਜ ਸਾਡੇ ਮਾਂ-ਬਾਪ ਤੋਂ ਲੈ ਕੇ ਭੈਣਾਂ ਭਰਾਵਾਂ ਪਰਿਵਾਰ ਦੇ ਦਾਇਰੇ ਤੋਂ ਸ਼ੁਰੂ ਹੁੰਦਾ ਹੈ, ਬਾਕੀ ਦੇ ਸਾਰੇ 7 ਹੁਕਮ ਇਸ ਸਮਾਜਿਕ ਢਾਂਚੇ ਨੂੰ ਸਹੀ ਤਾਲਮੇਲ ਵਿੱਚ ਰੱਖਣ ਲਈ ਅਸੀਂ ਇਹਨਾਂ ਦੀ ਪਾਲਣਾ ਕਰਦੇ ਹਾਂ। ਪਰ ਉਹਨਾਂ ਦੇ ਨਾਲ ਸਾਡੀ ਧਾਰਮਿਕਤਾ ਵਿੱਚ ਸ਼ਾਇਦ ਕੋਈ ਖਾਸ ਵਾਅਦਾ ਨਹੀਂ ਹੁੰਦਾ। ਇਸ ਕਰਕੇ ਪ੍ਰਭੂ ਇਹੋ ਜਿਹੀਆਂ ਗੱਲਾਂ ਸਾਨੂੰ ਦੱਸਦੇ ਹਨ ਕਿ ਜਿਨ੍ਹਾਂ ਨਾਲ ਅਸੀਂ ਹੋਰ ਵਧੀਆ ਤਰੀਕੇ ਦੇ ਨਾਲ ਜੋ ਬੁਲਾਹਟ ਅਸੀਂ ਗ੍ਰਹਿਣ ਕੀਤੀ ਹੈ ਮਸੀਹੀ ਈਮਾਨ ਦੀ, ਉਸ ਵਿੱਚ ਹੋਰ ਪੂਰਨ ਬਣੀਏ। ਪ੍ਰਭੂ ਕਹਿੰਦਾ ਹੈ ਕਿ ਆਪਣੇ ਵੈਰੀਆਂ ਨੂੰ ਪਿਆਰ ਕਰੋ, ਅਤਿਆਚਾਰੀਆਂ ਲਈ ਦੁਆ ਕਰੋ। ਇਹੋ ਜਿਹੇ ਸਾਰੇ ਕੰਮ ਪ੍ਰਭੂ ਕਰਨ ਲਈ ਸਾਨੂੰ ਕਹਿੰਦਾ ਹੈ, ਕਿਉਂਕਿ ਇਹ ਸਾਰੀਆਂ ਗੱਲਾਂ 10 ਹੁਕਮਾਂ ਤੋਂ ਵੀ ਸਾਨੂੰ ਅੱਗੇ ਲੈ ਜਾਂਦੀਆਂ ਹਨ। ਕਿਉਂਕਿ ਪ੍ਰਭੂ ਚਾਹੁੰਦਾ ਹੈ ਅਸੀਂ ਇਹਨਾਂ ਚੀਜ਼ਾਂ ਉੱਤੇ ਧਿਆਨ ਲਾਈਏ, ਸਿਰਫ ਇਹਨਾਂ ਹੁਕਮਾਂ ਤੱਕ ਹੀ ਸੀਮਤ ਨਾ ਰਹੀਏ। ਜੇਕਰ ਇੱਥੇ ਤੱਕ ਸੀਮਤ ਰਹਿ ਜਾਵਾਂਗੇ ਤਾਂ ਸਿਰਫ ਸਾਡੀ ਜੋ ਮਸੀਹੀ ਜ਼ਿੰਦਗੀ ਹੈ ਬਸ ਉੱਥੇ ਤੱਕ ਹੀ ਰਹਿ ਜਾਵੇਗੀ। ਸਾਡੇ ਵਿੱਚ ਨਾ ਧਾਰਮਿਕਤਾ, ਨਾ ਸ਼ੁੱਧਤਾ, ਨਾ ਈਮਾਨ ਦੀ ਮਜ਼ਬੂਤੀ, ਇਹਨਾਂ ਵਿੱਚ ਕਿਸੇ ਵਿੱਚ ਵੀ ਵਾਧਾ ਨਹੀਂ ਹੋਵੇਗਾ। ਅੱਜ ਪ੍ਰਭੂ ਕਹਿੰਦਾ ਹੈ ਜੇਕਰ ਤੁਸੀਂ ਹੋਰ ਪੂਰਨ ਬਣਨਾ ਚਾਹੁੰਦੇ ਹੋ, ਜੇਕਰ ਤੁਸੀਂ ਹੋਰ ਧਾਰਮਿਕਤਾ ਪਵਿੱਤਰਤਾ ਵਿੱਚ ਵਧਣਾ ਚਾਹੁੰਦੇ ਹੋ ਤਾਂ ਕੀ ਕਰੋ? ਪਹਿਲੀਆਂ ਆਪਣੀਆਂ ਖੁਦ ਦੀਆਂ ਗਲਤੀਆਂ ਨੂੰ ਵੇਖੋ, ਦੂਜਿਆਂ 'ਤੇ ਦੋਸ਼ ਲਾਉਣਾ ਬਾਅਦ ਵਿੱਚ। ਪਹਿਲਾਂ ਆਪਣੇ ਆਪ ਦੇ ਦੋਸ਼ਾਂ, ਆਪਣੇ ਖੁਦ ਦੀਆਂ ਬੁਰਾਈਆਂ, ਖੁਦ ਦੀਆਂ ਗਲਤੀਆਂ ਨੂੰ ਵੇਖੋ, ਫਿਰ ਤੁਹਾਨੂੰ ਅਧਿਕਾਰ ਹੋਵੇਗਾ ਕਿ ਦੂਜਿਆਂ ਤੁਸੀਂ ਸਹੀ ਕਰ ਸਕੋ, ਦੂਜਿਆਂ ਦੇ ਵਿੱਚ ਤੁਸੀਂ ਸੁਧਾਰ ਲਿਆ ਸਕੋ। ਨਹੀਂ ਤਾਂ ਜੇਕਰ ਅਸੀਂ ਖੁਦ ਗਲਤ ਹਾਂ, ਸਾਨੂੰ ਬਿਲਕੁਲ ਅਧਿਕਾਰ ਨਹੀਂ ਕਿ ਅਸੀਂ ਦੂਜਿਆਂ ਨੂੰ, ਚਾਹੇ ਉਹ ਸਾਡੇ ਤੋਂ ਛੋਟੇ ਵੀ ਹੋਣ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿੱਖਿਆ ਦੇ ਸਕੀਏ। ਆਓ ਅਸੀਂ ਇਹਨਾਂ ਵਚਨਾਂ ਦੇ ਨਾਲ ਇਹਨਾਂ ਉੱਤੇ ਧਿਆਨ ਲਾਉਂਦੇ ਹੋਏ ਅੱਜ ਇਸ ਪਾਕ ਮਾਂ ਦੀ ਕੁਰਬਾਨੀ ਵਿੱਚ ਹਿੱਸਾ ਲਈਏ। ਸਭੇ ਦਿਨ ਪ੍ਰਭੂ ਨੇ ਸਾਨੂੰ ਇਹ ਮੌਕਾ ਬਖਸ਼ਿਆ ਹੈ ਕਿ ਅਸੀਂ ਪ੍ਰਾਰਥਨਾ ਭਵਨ ਟੀਵੀ ਦੇ ਮਾਧਿਅਮ ਦੇ ਰਾਹੀਂ ਪ੍ਰਭੂ ਦੇ ਨਾਲ ਜੁੜੇ ਰਹੀਏ, ਵਚਨ ਨੂੰ ਸੁਣੀਏ, ਇਹਨਾਂ ਪਵਿੱਤਰ ਰੀਤਾਂ ਵਿੱਚ ਹਿੱਸਾ ਲਈਏ। ਤੇ ਇਹਨਾਂ ਪਵਿੱਤਰ ਰੀਤਾਂ ਨੂੰ ਯੋਗ ਢੰਗ ਨਾਲ ਮਨਾਉਣ ਲਈ ਆਓ ਸਭ ਤੋਂ ਪਹਿਲਾਂ ਆਪਣੇ ਖੁਦ ਦੀਆਂ ਗਲਤੀਆਂ, ਖੁਦ ਦੀਆਂ ਬੁਰਾਈਆਂ ਨੂੰ, ਪਾਪਾਂ ਗੁਨਾਹਾਂ ਨੂੰ ਪ੍ਰਭੂ ਦੇ ਦਾਅ ਉੱਤੇ ਚੜਾਉਂਦੇ ਮਾਫੀ ਮੰਗੀਏ, ਤਾਂ ਯੋਗ ਢੰਗ ਨਾਲ ਇਹਨਾਂ ਪਵਿੱਤਰ ਪੈਦਾਂ ਨੂੰ ਅਸੀਂ ਮਨਾ ਸਕੀਏ। इकबाल करदा पूरी कुदरत वाले खुदा ते पैना भरावा दे अगे मैं इकबाल करदा, मैं इकबाल करदा। सोचण बोलण ते करना बहुत गुनाह कीते ने, अपने दोष दे नाल, अपने ही दोष दे नाल, अपने बड़े दोष दे नाल मैं इकबाल करदा। सदा कुंवारी मरियम ते सारे फरिश्ते संतागे ते पैना भरावा दे अगे मैं हुण बेनती करदा, मैं इकबाल
इकबाल करदा पूरी कुदरत वाले खुदा ये पैना भरावां दे अगे मैं इकबाल करदा मैं इकबाल करदा ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। हे प्रभु हम पर दया करो। हे प्रभु हम पर दया करो। प्लीज है क्षमा करो सारे गुनाहों को। प्लीज है क्षमा करो सारे गुनाहों को। हे प्रभु हम पर दया करो। हम पर दया करो। हम पर दया करो। दे विच वडियाई महिमा होवे खुदा दी। धरती उते नेक नीयत लोकां दे विच शांति। स्वर्ग दे विच वडियाई असी तेरे गाउंदे हां ते तन तन तैनू कहंदे हां करदे हां आराधना दे महिमा तेरी गाउंदे हां। तेरी बड़ी शान दे कारण शुक्र तेरा असी करदे हां। स्वर्ग दे पातशाह खुदा बाप कुदरत वाले खुदा। स्वर्ग दे विच वडियाई यीशु मसीह इकलौते बेटे बाप दे बेटे प्रभु खुदा। बाप दा बेटा दुनिया दे पापां नू चुक ले जांदा। मिन्नतां सुन ले साडियां तू बाप दे सच बैठा है। दया तू करे हुण साडे उते तू ही सुरगुण है खुदा। स्वर्ग दे विच वडियाई कल्ला परमेश्वर है परम ऊंचा है। ऐ खुदा ऐ मसीहा शान विच तू बाप तेरू पा
ਅਤੇ ਲੋਕਾਂ ਦੇ ਵਿੱਚ ਸ਼ਾਂਤੀ, ਸਵਰਗ ਦੇ ਵਿੱਚ ਵਡਿਆਈ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ ਬਖਸ਼ ਦੇ ਕਿ ਦੁਨੀਆ ਦਾ ਰਵੱਈਆ ਤੇਰੀ ਮਰਜ਼ੀ ਮੁਤਾਬਕ ਨੇਕੀ ਅਤੇ ਸ਼ਾਂਤੀ ਵਿੱਚ ਚੱਲਦਾ ਰਹੇ। ਅਸੀਂ ਬੇਨਤੀ ਕਰਦੇ ਹਾਂ ਕਿ ਤੇਰੀ ਕਲੀਸਿਆ ਪੱਕੀ ਉਮੀਦ ਅਤੇ ਭਰੋਸੇ ਨਾਲ ਤੇਰੀ ਸੇਵਾ ਵਿੱਚ ਲੱਗੀ ਰਹੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਪਾਠ ਪਹਿਲਾ। ਸਿਰਾਕ ਦਾ ਗ੍ਰੰਥ, ਉਸ ਦਾ 27 ਬਾਬ 4 ਤੋਂ 7 ਆਇਤ ਤੱਕ। ਛਾਨਣੀ ਹਿਲਾਉਣ ਨਾਲ ਕਚਰਾ ਪਿੱਛੇ ਰਹਿ ਜਾਂਦਾ ਹੈ। ਗੱਲਬਾਤ ਦੌਰਾਨ ਮਨੁੱਖ ਦੇ ਦੋਸ਼ ਪ੍ਰਗਟ ਹੋ ਜਾਂਦੇ ਹਨ। ਭੱਠੀ ਵਿੱਚ ਘੁਮਿਆਰ ਦੇ ਬਰਤਨਾਂ ਦੀ ਅਤੇ ਗੱਲਬਾਤ ਵਿੱਚ ਮਨੁੱਖ ਦੀ ਪਰਖ ਹੁੰਦੀ ਹੈ। ਦਰਖਤ ਦੇ ਫੁੱਲਾਂ ਤੋਂ ਹੀ ਬਾਗ ਦੀ ਪਰਖ ਹੁੰਦੀ ਹੈ ਅਤੇ ਮਨੁੱਖ ਦੇ ਵਚਨਾਂ ਨਾਲ ਉਸ ਦਾ ਸੁਭਾਅ ਪਤਾ ਲੱਗਦਾ ਹੈ। ਕਿਸੇ ਦੀ ਪ੍ਰਸ਼ੰਸਾ ਨਾ ਕਰੋ ਜਦੋਂ ਤੱਕ ਉਹ ਨਾ ਬੋਲੇ, ਕਿਉਂਕਿ ਇਹੀ ਮਨੁੱਖ ਦੀ ਕਸੌਟੀ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਭਜਨ ਅਨੁਵਚਨ। हे ਪ੍ਰਭੂ, ਤੈਨੂੰ ਧੰਨਵਾਦ ਦੇਣਾ ਚੰਗਾ ਹੈ। हे ਪ੍ਰਭੂ, ਤੈਨੂੰ ਧੰਨਵਾਦ ਦੇਣਾ ਚੰਗਾ ਹੈ। हे ਪ੍ਰਭੂ, ਤੈਨੂੰ ਧੰਨਵਾਦ ਦੇਣਾ ਚੰਗਾ ਹੈ। ਅੰਮ੍ਰਿਤ ਵੇਲੇ ਤੇਰੀ ਦਇਆ ਦਾ ਅਤੇ ਰਾਤ ਵੇਲੇ ਤੇਰੀ ਸੱਚਾਈ ਦਾ ਬਿਆਨ ਕਰਨਾ, ਤਾਰਾ ਵਾਲੇ ਵਾਜੇ ਅਤੇ ਸਿਤਾਰ ਉੱਤੇ ਅਤੇ ਬਰਬਰ ਦੇ ਵਿਰਾਗੀ ਸੁਰ ਉੱਤੇ। ਅਨੁਵਚਨ। हे प्रभु, ਤੈਨੂੰ ਧੰਨਵਾਦ ਦੇਣਾ ਚੰਗਾ ਹੈ। हे प्रभु, ਤੈਨੂੰ ਧੰਨਵਾਦ ਦੇਣਾ ਚੰਗਾ ਹੈ। ਉਹ ਪ੍ਰਭੂ ਦੇ ਘਰ ਵਿੱਚ ਲੱਗੇ ਰੁੱਖ ਦੇ ਵਾਂਗ ਹਨ ਅਤੇ ਉਹ ਸਾਡੇ ਪਰਮੇਸ਼ਵਰ ਦੇ ਮੰਦਿਰ ਵਿੱਚ ਵੱਧਦੇ ਫੁੱਲਦੇ ਹਨ। ਅਨੁਵਚਨ। हे प्रभु, ਤੈਨੂੰ ਧੰਨਵਾਦ ਦੇਣਾ ਚੰਗਾ ਹੈ। हे प्रभु, ਤੈਨੂੰ ਧੰਨਵਾਦ ਦੇਣਾ ਚੰਗਾ ਹੈ। ਇਸੇ ਤੋਂ ਪ੍ਰਗਟ ਹੈ ਕਿ ਪ੍ਰਭੂ ਭਲਾ ਹੈ। ਉਹ ਮੇਰੇ ਬਚਾਓ ਦੀ ਚਟਾਨ ਹੈ
ਅਤੇ ਉਸ ਵਿੱਚ ਕਿਸੇ ਤਰ੍ਹਾਂ ਦਾ ਭੈੜ ਨਹੀਂ। ਅਨੁਵਚਨ। हे प्रभु तेनू धन्यवाद देना चंगा है। हे प्रभु तेनू धन्यवाद देना चंगा है। ਪਾਠ ਦੂਸਰਾ। ਕੁਰਿੰਥੀਆਂ ਦੇ ਨਾਮ ਸੰਤ ਪੌਲੁਸ ਦਾ ਪਹਿਲਾ ਪੱਤਰ, ਉਸ ਦਾ 15 ਬਾਬ 54 ਤੋਂ 58 ਐਤ ਤੱਕ। ਉਸ ਨੇ ਪ੍ਰਭੂ ਯਿਸੂ ਮਸੀਹ ਦੁਆਰਾ ਸਾਨੂੰ ਜਿੱਤ ਪ੍ਰਦਾਨ ਕੀਤੀ ਹੈ, ਜਦੋਂ ਨਾਸ਼ਵਾਨ ਨਾਸ਼ ਨਾ ਹੋਣ ਵਾਲਾ ਬਣ ਜਾਵੇਗਾ ਅਤੇ ਮਰਨਹਾਰ ਅਮਰਤਾ ਨੂੰ ਧਾਰਨ ਕਰ ਲਵੇਗਾ। ਤਦ ਪਵਿੱਤਰ ਲਿਖਤ ਵਿੱਚ ਲਿਖਿਆ ਇਹ ਵਾਕ ਪੂਰਾ ਹੋ ਜਾਵੇਗਾ, ਮੌਤ ਜਿੱਤ ਵਿੱਚ ਬਦਲ ਗਈ। ਮੌਤ ਕਿੱਥੇ ਹੈ ਤੇਰੀ ਜਿੱਤ? ਮੌਤ ਕਿੱਥੇ ਹੈ ਤੇਰਾ ਡੰਗ? ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦੀ ਸ਼ਕਤੀ ਵਿਧਾਨ ਹੈ। ਪਰ ਖੁਦਾ ਦਾ ਸ਼ੁਕਰ ਹੋਵੇ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਜਿੱਤ ਬਖਸ਼ਦਾ ਹੈ। ਇਸ ਲਈ ਮੇਰੇ ਪਿਆਰੇ ਭਰਾਓ, ਇਹ ਜਾਣਦੇ ਹੋਏ ਕਿ ਪ੍ਰਭੂ ਵਿੱਚ ਤੁਹਾਡੀ ਮਿਹਨਤ ਬੇਕਾਰ ਨਹੀਂ ਹੈ, ਹਮੇਸ਼ਾ ਪ੍ਰਭੂ ਦੇ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋਏ ਸਾਬਤ ਕਦਮ ਅਤੇ ਅਟਲ ਬਣੇ ਰਹੋ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। घर घर में अंजील सुनाएंगे, प्यारे यीशु का नाम बताएंगे। घर घर में अंजील सुनाएंगे, प्यारे यीशु का नाम बताएंगे। ऐसा छेड़ेंगे मिलकर तराना, जाग उठेगा सारा ज़माना। ऐसा छेड़ेंगे मिलकर तराना, जाग उठेगा सारा ज़माना। भूले भटकों को राह पर लाएंगे, प्यारे यीशु का नाम बताएंगे। घर घर में अंजील सुनाएंगे, प्यारे यीशु का नाम बताएंगे। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸਨ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 6 ਅਧਿਆਇ 39 ਤੋਂ 45 ਆਇਤ। ਯਿਸੂ ਨੇ ਉਹਨਾਂ ਨੂੰ ਇੱਕ ਤਮਸੀਲ ਸੁਣਾਈ ਕਿ ਇੱਕ ਅੰਨਾ ਦੂਜੇ ਅੰਨੇ ਨੂੰ ਰਾਹ ਵਿਖਾ ਸਕਦਾ ਹੈ ਕਿ ਉਹ ਦੋਵੇਂ ਟੋਏ ਵਿੱਚ ਨਹੀਂ ਡਿੱਗ ਪੈਣਗੇ। ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੁੰਦਾ, ਪਰ ਹਰ ਕੋਈ ਜੋ ਪੂਰੀ ਤਰ੍ਹਾਂ ਸਿੱਖਿਆ ਪਾ ਲੈਂਦਾ ਹੈ ਉਹ ਆਪਣੇ ਗੁਰੂ ਵਾਂਗ ਹੋਵੇਗਾ। ਤੁਸੀਂ ਕਿਉਂ ਆਪਣੇ ਭਰਾ ਦੀ ਅੱਖ ਵਿੱਚ ਕਿਣਕਾਂ ਵੇਖਦੇ ਹੋ, ਪਰ ਆਪਣੀ ਹੀ ਅੱਖ ਦੇ ਸ਼ਤੀਰ ਵੱਲ ਧਿਆਨ ਨਹੀਂ ਦਿੰਦੇ ਹੋ? ਜਾਂ ਫਿਰ ਤੁਸੀਂ ਆਪਣੇ ਭਰਾ ਨੂੰ ਕਿਸ ਤਰ੍ਹਾਂ ਕਹਿ ਸਕਦੇ ਹੋ, ਭਰਾ ਮੈਨੂੰ ਤੇਰੀ ਅੱਖ ਵਿੱਚੋਂ ਕਿਣਕਾਂ ਕੱਢ ਲੈਣ ਦੇ, ਜਦਕਿ ਤੁਸੀਂ ਆਪ ਆਪਣੀ ਅੱਖ ਦੇ ਸ਼ਤੀਰ ਨੂੰ ਨਹੀਂ ਵੇਖਦੇ ਹੋ? ਉਹ ਪਖੰਡੀ, ਪਹਿਲਾਂ ਤੂੰ ਆਪਣੀ ਹੀ ਅੱਖ ਵਿੱਚੋਂ ਸ਼ਤੀਰ ਕੱਢ ਅਤੇ ਫਿਰ ਤੂੰ ਆਪਣੇ ਭਰਾ ਦੀ ਅੱਖ ਵਿੱਚੋਂ
ਕਿਣਕਾਂ ਕੱਢਣ ਲਈ ਸਾਫ਼ ਵੇਖ ਸਕੇਗਾ। ਕੋਈ ਵੀ ਚੰਗਾ ਰੁੱਖ ਬੁਰਾ ਫਲ ਪੈਦਾ ਨਹੀਂ ਕਰਦਾ ਅਤੇ ਨਾ ਹੀ ਕੋਈ ਬੁਰਾ ਰੁੱਖ ਚੰਗਾ ਫਲ ਪੈਦਾ ਕਰਦਾ ਹੈ, ਕਿਉਂਕਿ ਹਰ ਰੁੱਖ ਆਪਣੇ ਫਲ ਤੋਂ ਪਛਾਣਿਆ ਜਾਂਦਾ ਹੈ। ਕੰਡਿਆਲੀਆਂ ਤੋਂ ਅੰਜੀਰ ਨਹੀਂ ਤੋੜੇ ਜਾਂਦੇ, ਨਾ ਹੀ ਕੰਡਿਆਲੀ ਝਾੜੀਆਂ ਤੋਂ ਅੰਗੂਰ। ਚੰਗਾ ਆਦਮੀ ਆਪਣੇ ਦਿਲ ਦੇ ਚੰਗੇ ਖਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਪੈਦਾ ਕਰਦਾ ਹੈ ਅਤੇ ਬੁਰਾ ਆਦਮੀ ਆਪਣੇ ਬੁਰੇ ਖਜ਼ਾਨੇ ਵਿੱਚੋਂ ਬੁਰਾਈ ਪੈਦਾ ਕਰਦਾ ਹੈ, ਕਿਉਂਕਿ ਜੋ ਦਿਲ ਵਿੱਚ ਭਰਿਆ ਹੋਇਆ ਹੈ ਮੂੰਹ ਬੋਲਦਾ ਹੈ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭੈਣੋ ਤੇ ਭਰਾਓ, ਅੱਜ ਦੇ ਐਤਵਾਰ ਤੋਂ ਬਾਅਦ ਜੋ ਅਗਲਾ ਐਤਵਾਰ ਆਉਣ ਵਾਲਾ ਹੈ ਉਹ ਰੋਜ਼ਿਆਂ ਦਾ ਪਹਿਲਾ ਐਤਵਾਰ ਹੋਵੇਗਾ ਤੇ ਅੱਜ ਤੋਂ 2 ਦਿਨ ਬਾਅਦ ਯਾਨੀ ਕਿ ਰਾਖ ਦੇ ਬੁੱਧਵਾਰ ਨੂੰ ਰੋਜ਼ੇ ਸ਼ੁਰੂ ਹੋਣ ਜਾ ਰਹੇ ਹਨ। ਤੇ ਇਹਨਾਂ ਰੋਜ਼ਿਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਾਕ ਮਾਂ ਕਲੀਸਿਆ ਨੇ ਸਾਡੇ ਸਾਹਮਣੇ ਇਹੋ ਜਿਹੇ ਵਚਨ ਰੱਖੇ ਹਨ ਜਿਨ੍ਹਾਂ ਉੱਤੇ ਅਮਲ ਕਰਨਾ, ਸੁਣਨਾ, ਜਿਨ੍ਹਾਂ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਤਾਂ ਹੀ ਅਸੀਂ ਇਹਨਾਂ ਰੋਜ਼ਿਆਂ ਦੇ ਦੌਰਾਨ ਆਪਣੀ ਆਤਮਿਕਤਾ, ਧਾਰਮਿਕਤਾ ਅਤੇ ਆਪਣੀ ਮਸੀਹੀ ਈਮਾਨ ਉੱਤੇ ਹੋਰ ਜ਼ਿਆਦਾ ਸਹੀ ਢੰਗ ਦੇ ਨਾਲ ਧਿਆਨ ਲਾ ਸਕਦੇ ਹਾਂ, ਯਾਨੀ ਕਿ ਆਪਣੇ ਮਸੀਹੀ ਜੀਵਨ ਨੂੰ ਹੋਰ ਸੁਧਾਰ ਸਕਦੇ ਹਾਂ, ਹੋਰ ਅਸੀਂ ਖੁਦਾ ਦੇ ਨੇੜੇ ਆ ਸਕਦੇ ਹਾਂ, ਹੋਰ ਆਪਣੇ ਆਪ ਨੂੰ ਪੂਰਨ ਬਣਾ ਸਕਦੇ ਹਾਂ। ਅੱਜ ਦੇ ਵਚਨ ਵਿੱਚ ਆਪਾਂ ਪੜ੍ਹਿਆ ਹੈ, ਪ੍ਰਭੂ ਨੇ ਸਾਨੂੰ ਕਿਹਾ ਹੈ ਕਿ ਜੇਕਰ ਤੁਹਾਡੇ ਆਪਣੇ ਆਪ ਦੇ ਵਿੱਚ ਗਲਤੀਆਂ ਹਨ, ਯਾਨੀ ਕਿ ਜੇਕਰ ਤੁਸੀਂ ਹੀ ਸਾਫ਼ ਨਹੀਂ ਵੇਖ ਸਕਦੇ ਤਾਂ ਤੁਸੀਂ ਆਪਣੇ ਭੈਣ ਭਰਾ ਜਾਂ ਆਪਣੇ ਦੋਸਤਾਂ ਮਿੱਤਰਾਂ ਜਾਂ ਜਿਨ੍ਹਾਂ ਨਾਲ ਵੀ ਤੁਸੀਂ ਗੱਲਬਾਤ ਕਰਦੇ ਹੋ, ਤੁਸੀਂ ਉਹਨਾਂ ਨੂੰ ਵਿੱਚੋਂ ਕੋਈ ਵੀ ਗਲਤੀ ਨਹੀਂ ਕੱਢ ਸਕਦੇ, ਕਿਉਂਕਿ ਉਹ ਗਲਤੀਆਂ ਜਾਂ ਉਸ ਤੋਂ ਵੀ ਵੱਡੀਆਂ ਗਲਤੀਆਂ ਤੁਹਾਡੇ ਆਪਣੇ ਆਪ ਦੇ ਵਿੱਚ ਹਨ। ਅੱਜ ਦਾ ਪਹਿਲਾ ਪਾਠ ਆਪਾਂ ਸੁਣਿਆ ਸਿਰਾਕ ਦੀ ਪੁਸਤਕ ਵਿੱਚੋਂ, ਜਿਹਦੇ ਵਿੱਚ ਕਿਹਾ ਗਿਆ ਹੈ ਕਿ ਜੋ ਛਾਨਣੀ ਹੁੰਦੀ ਹੈ, ਛਾਨਣੀ ਦੇ ਨਾਲ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਛਾਣਦੇ ਹਾਂ, ਜਾਂ ਬੁਰਾ ਹੈ ਜਾਂ ਆਟਾ ਆ, ਕੁਛ ਵੀ ਉਹਦੇ ਵਿੱਚੋਂ ਕੰਕਰ ਜਿਸ ਦੀ ਸਾਨੂੰ ਲੋੜ ਨਹੀਂ ਹੈ ਉਹ ਅਸੀਂ ਛਾਨਣੀ ਦੇ ਨਾਲ ਛਾਣ ਕੇ ਦੂਰ ਕਰਦੇ ਹਾਂ। ਤੇ ਵਚਨ ਸਾਨੂੰ ਕਹਿੰਦਾ ਹੈ ਇੱਕ ਮਨੁੱਖ ਦੇ ਲਈ, ਇੱਕ ਇਨਸਾਨ ਦੇ ਲਈ ਛਾਨਣੀ ਦਾ ਕੰਮ ਕੌਣ ਕਰਦਾ ਹੈ? ਸਾਡੇ ਆਪਣੇ ਵਚਨ, ਸਾਡੇ ਆਪਣੇ ਬੋਲ, ਸਾਡੇ ਰੋਜ਼ਾਨਾ ਦੀ ਗੱਲਬਾਤ, ਆਪਣੀ ਗੱਲਬਾਤ ਦੇ ਰਾਹੀਂ, ਆਪਣੇ ਵਚਨਾਂ ਸ਼ਬਦਾਂ ਦੇ ਰਾਹੀਂ ਹੀ ਅਸੀਂ ਆਪਣੇ ਆਪ ਦੀ ਸ਼ਖਸੀਅਤ ਨੂੰ ਪ੍ਰਗਟ ਕਰਦੇ ਹਾਂ। ਲੋਕ ਸਾਡੇ ਬੋਲਾਂ ਤੋਂ, ਸਾਡੇ ਬੋਲਚਾਲ ਦੇ ਹਾਵ ਭਾਵ ਤੋਂ, ਢੰਗ ਤੋਂ ਇਹ ਸਮਝ ਜਾਂਦੇ ਹਨ ਕਿ ਅਸੀਂ ਕਿਸ ਤਰ੍ਹਾਂ ਦੇ ਇਨਸਾਨ ਹਾਂ, ਚੰਗੇ ਹਾਂ ਜਾਂ ਬੁਰੇ ਇਨਸਾਨ ਹਾਂ। ਸੋ ਇਸ ਕਰਕੇ ਅੱਜ ਖਾਸ ਤੌਰ 'ਤੇ ਅਸੀਂ ਆਪਣੇ ਬੋਲਾਂ ਸ਼ਬਦਾਂ, ਆਪਣੀ ਬਾਣੀ 'ਤੇ ਧਿਆਨ ਲਾਈਏ ਕਿ ਅਸੀਂ ਕਿੱਦਾਂ ਦੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਕਿੱਦਾਂ ਦੇ ਸ਼ਬਦਾਂ ਨੂੰ ਇਸਤੇਮਾਲ ਕਰਦੇ ਹਾਂ ਆਪਣੀ ਰੋਜ਼ਾਨਾ ਗੱਲਬਾਤ ਦੇ ਵਿੱਚ, ਲੋਕਾਂ ਦੇ ਨਾਲ ਗੱਲਬਾਤ ਕਰਨ ਦੇ ਵਿੱਚ। ਜੇਕਰ ਅਸੀਂ ਇਸ 'ਤੇ ਹੋਰ ਧਿਆਨ ਲਾਈਏ ਤਾਂ ਅਸੀਂ ਵੇਖਾਂਗੇ ਕਿ ਜ਼ਿਆਦਾਤਰ ਅਸੀਂ ਚੁਗਲੀਆਂ ਹੀ ਕਰਦੇ ਹਾਂ, ਆਪਣੀ ਜ਼ੁਬਾਨ ਦਾ ਸਦ ਉਪਯੋਗ ਨਹੀਂ ਕਰਦੇ, ਇਸ ਦਾ ਦੁਰਉਪਯੋਗ ਹੀ ਕਰਦੇ ਹਾਂ। ਇੱਕ ਬਹੁਤ ਮਹਾਨ ਵਿਦਵਾਨ ਹੋਇਆ ਵਾ ਤੇ ਉਸ ਨੇ ਇੱਕ ਇਨਸਾਨ ਨੂੰ ਇਸ ਤਰ੍ਹਾਂ ਸਿੱਖਿਆ ਦਿੱਤੀ। ਉਹ ਇਨਸਾਨ ਉਸ ਦੇ ਨਾਲ ਕਿਸੇ ਦੇ ਖਿਲਾਫ ਚੁਗਲੀ ਕਰਨ ਵਾਲਾ ਸੀ। ਇਸ ਤੋਂ ਪਹਿਲਾਂ ਕਿ ਉਹ ਇਨਸਾਨ ਇਸ ਵਿਦਵਾਨ ਨਾਲ ਕੋਈ ਗੱਲਬਾਤ ਸ਼ੁਰੂ ਕਰਦਾ, ਇਹ ਉਸ ਦੇ ਸਾਹਮਣੇ 3 ਸਵਾਲ ਰੱਖਦਾ ਹੈ। ਪਹਿਲਾ ਸਵਾਲ ਇਹ ਹੈ, ਉਹ ਕਹਿੰਦਾ ਜੋ ਤੂੰ ਮੇਰੇ ਨਾਲ ਗੱਲ ਕਰਨੀ ਹੈ, ਕੀ ਤੈਨੂੰ ਪਤਾ ਹੈ ਕਿ ਤੇਰੀ ਉਹ ਗੱਲ ਸੱਚ ਹੈ? ਜੋ ਦੂਜਿਆਂ ਬਾਰੇ ਤੂੰ ਗੱਲ ਕਰਨੀ ਹੈ ਮੇਰੇ ਨਾਲ, ਕੀ ਉਹ ਤੇਰੀ ਗੱਲ ਉਸ ਦੇ ਪ੍ਰਤੀ ਸੱਚੀ ਹੈ, ਉਹਦੇ ਵਿੱਚ ਸੱਚਾਈ ਹੈ? ਦੂਜੀ ਗੱਲ ਕਹਿੰਦਾ ਜੋ ਤੂੰ ਗੱਲ ਮੈਨੂੰ ਦੱਸਣੀ ਹੈ, ਕੀ ਉਹ ਚੰਗੀ ਹੈ, ਉਹਦੇ ਵਿੱਚ ਕੋਈ ਨੁਕਸਾਨ ਤੇ ਨਹੀਂ ਹੈ?
ਤੁਹਾਡੇ ਲਈ, ਮੇਰੇ ਲਈ ਤੇ ਜਿਸ ਦੇ ਬਾਰੇ ਗੱਲ ਕਰਨੀ ਹੈ ਉਸ ਦੇ ਲਈ ਇਹ ਚੰਗੀ ਗੱਲ ਹੈ ਜਾਂ ਨਹੀਂ, ਜਾਂ ਲਾਭਦਾਇਕ ਹੈ ਜਾਂ ਨਹੀਂ। ਤੀਜੀ ਗੱਲ ਉਹ ਕਹਿੰਦਾ ਹੈ ਕਿ ਇਹ ਸਾਡੇ ਸਾਰਿਆਂ ਲਈ ਫਾਇਦੇਮੰਦ ਹੈ ਜਾਂ ਨਹੀਂ। ਜਦੋਂ ਉਸ ਨੂੰ ਇਹ ਗੱਲਾਂ, ਇਹ ਸਵਾਲ ਸੁਣਾਈ ਦਿੰਦੇ ਆ ਤਾਂ ਉਸ ਨੂੰ ਪਤਾ ਹੈ ਕਿ ਮੈਂ ਜੋ ਗੱਲ ਕਰਨ ਜਾ ਰਿਹਾ ਹਾਂ ਉਹ ਦੂਜੇ ਦੀ ਨਿੰਦਾ ਕਰਨੀ ਜਾ ਰਿਹਾ, ਉਹਦੇ ਵਿੱਚ ਕੋਈ ਸੱਚਾਈ ਨਹੀਂ ਹੈ, ਉਹਦੇ ਵਿੱਚ ਕੋਈ ਫਾਇਦਾ ਨਹੀਂ ਹੈ, ਉਹਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈ ਜੋ ਦੂਜਿਆਂ ਦਾ ਭਲਾ ਕਰ ਸਕੇ। ਇਸ ਕਰਕੇ ਇਹ ਵਿਦਵਾਨ ਇਨਸਾਨ ਕਹਿੰਦਾ ਹੈ, ਜੇਕਰ ਇਹਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈ ਤਾਂ ਮੈਂ ਤੇਰੀ ਕੋਈ ਵੀ ਗੱਲ ਨਹੀਂ ਸੁਣਨੀ। ਕੁਝ ਇਸ ਤਰ੍ਹਾਂ ਦਾ ਵਤੀਰਾ, ਇਸ ਤਰ੍ਹਾਂ ਦਾ ਰੁਖ ਸਾਨੂੰ ਅਪਣਾਉਣ ਦੀ ਲੋੜ ਹੈ। ਖਾਸ ਤੌਰ 'ਤੇ ਅਸੀਂ ਆਪਣੇ ਆਪ ਵੱਲ ਧਿਆਨ ਦਈਏ ਕਿ ਅਸੀਂ ਕਿਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਹਾਂ। ਇੱਥੋਂ ਤੱਕ ਕਿ ਸ਼ਾਇਦ ਜਦੋਂ ਅਸੀਂ ਬੰਦਗੀ ਵਿੱਚ ਉੱਠ ਕੇ ਬਾਹਰ ਆਉਂਦੇ ਹਾਂ ਜਾਂ ਬੰਦਗੀ ਸਮਾਪਤ ਹੋਣ ਤੋਂ ਬਾਅਦ, ਪਾਕ ਮਾਸ ਖਤਮ ਹੋਣ ਤੋਂ ਬਾਅਦ, ਗਿਰਜੇ ਵਿੱਚੋਂ ਬਾਹਰ ਆਉਣ ਤੋਂ ਬਾਅਦ, ਤੁਰੰਤ ਜੋ ਸਾਡੀ ਗੱਲਬਾਤ ਹੈ ਉਹ ਕਿਸੇ ਨਾ ਕਿਸੇ ਦੇ ਖਿਲਾਫ ਹੋਏਗੀ। ਸ਼ਾਇਦ ਅਸੀਂ ਉਹਨਾਂ ਦੇ ਬਾਰੇ ਚੰਗਾ ਨਹੀਂ ਕਹਿੰਦੇ ਜਾਂ ਚੰਗਾ ਸੋਚਦੇ ਨਹੀਂ। ਇਸ ਕਰਕੇ ਅਸੀਂ ਜੋ ਪਵਿੱਤਰਤਾ ਗ੍ਰਹਿਣ ਕੀਤੀ ਹੁੰਦੀ ਹੈ ਥੋੜ੍ਹੇ ਜਿਹੇ ਸਮੇਂ ਲਈ ਪ੍ਰਾਰਥਨਾ ਵਿੱਚ ਹਿੱਸਾ ਲੈਣ ਦੇ ਰਾਹੀਂ, ਪਾਕ ਮਾਸ ਵਿੱਚ ਹਿੱਸਾ ਲੈਣ ਦੇ ਰਾਹੀਂ, ਬੰਦਗੀ ਵਿੱਚ ਬੈਠਣ ਦੇ ਰਾਹੀਂ, ਗਿਰਜੇ ਵਿੱਚ ਬੈਠਣ ਦੇ ਰਾਹੀਂ, ਉਹ ਸਾਡੇ ਵਿੱਚ ਜੋ ਪਵਿੱਤਰਤਾ ਹੈ, ਜੋ ਫਸਲ ਹੈ, ਉਹ ਅਸੀਂ ਆਪਣੇ ਆਪ ਹੀ ਗਵਾ ਲੈਂਦੇ ਹਾਂ ਉਹਨਾਂ ਲੋਕਾਂ ਦੇ ਖਿਲਾਫ ਅਪਸ਼ਬਦ ਬੋਲਣ ਦੇ ਰਾਹੀਂ। ਸੰਤ ਯਾਕੂਬ ਦੇ ਪੁੱਤਰ ਵਿੱਚੋਂ ਅਸੀਂ ਪੜ੍ਹਦੇ ਹਾਂ। ਸੰਤ ਯਾਕੂਬ ਸਾਨੂੰ ਕਹਿੰਦਾ ਹੈ, ਉਸ ਦਾ 3 ਅਧਿਆਏ 6 ਆਇਤ, ਜੀਭ ਇੱਕ ਅੱਗ ਹੈ। ਜੀਭ ਸਾਡੇ ਅੰਗਾਂ ਦੇ ਵਿਚਕਾਰ ਸ਼ਰਾਰਤ ਦੀ ਇੱਕ ਦੁਨੀਆ ਹੈ। ਉਹ ਸਾਡੇ ਸਾਰੇ ਸਰੀਰ ਨੂੰ ਦਾਗੀ ਕਰਦੀ ਹੈ ਅਤੇ ਆਪੇ ਨਰਕ ਦੀ ਅੱਗ ਨਾਲ ਭੜਕ ਕੇ ਸਾਡੇ ਜੀਵਨ ਚੱਕਰ ਨੂੰ ਅੱਗ ਲਾ ਦਿੰਦੀ ਹੈ। ਇਹ ਸਾਰਾ ਕੁਝ ਸਾਡੀ ਜ਼ੁਬਾਨ ਤੇ, ਸਾਡੇ ਗੱਲਬਾਤ ਤੇ, ਬੋਲਚਾਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਇਨਸਾਨ ਹਾਂ। ਸਾਡੀ ਗੱਲਬਾਤ, ਬੋਲਚਾਲ ਤੋਂ ਬਾਕੀ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਅਸੀਂ ਮਾੜੇ ਹਾਂ। ਅਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ, ਅਸੀਂ ਨਾ ਜੋ ਸਾਡੇ ਵਿੱਚ ਇਹ ਆਦਤ ਪੈ ਗਈ ਹੈ ਅਪਸ਼ਬਦਾਂ ਦੀ ਵਰਤੋਂ ਕਰਨ ਦੀ, ਇਹ ਆਦਤ ਤੋਂ ਅਸੀਂ ਇੰਨੀ ਛੇਤੀ ਛੁਟਕਾਰਾ ਨਹੀਂ ਪਾ ਸਕਾਂਗੇ ਜਿੰਨਾ ਚਿਰ ਅਸੀਂ ਇਸ ਦੀ ਜੋ ਨਾਸ਼ਵੰਤ ਆ ਜਾਂ ਇਸ ਦਾ ਜੋ ਤਬਾਹੀ ਕਰਨ ਵਾਲੀ ਜੋ ਭਾਵਨਾ ਹੈ ਉਸ ਨੂੰ ਆਪਾਂ ਨਹੀਂ ਸਮਝਾਂਗੇ ਤਾਂ ਇਹੋ ਜਿਹੀ ਆਦਤ ਤੋਂ ਅਸੀਂ ਕਦੀ ਵੀ ਛੁਟਕਾਰਾ ਨਹੀਂ ਪਾ ਸਕਦੇ। ਇਸ ਕਰਕੇ ਪ੍ਰਭੂ ਦਾ ਵਚਨ ਸਾਨੂੰ ਕਹਿ ਰਿਹਾ ਆ ਕਿ ਪਹਿਲਾਂ ਤੁਸੀਂ ਆਪਣੇ ਆਪ ਦੀਆਂ ਗਲਤੀਆਂ ਵੱਲ ਵੇਖੋ। ਮੰਨ ਲਓ ਜੇਕਰ ਸਾਡੇ ਆਪਣੇ ਹੀ ਘਰ ਪਰਿਵਾਰ ਦੇ ਵਿੱਚ ਗੰਦਗੀ ਹੈ, ਬਾਹਰੀ ਤੌਰ 'ਤੇ ਆਪਾਂ ਝਾੜੂ ਵਗੈਰਾ ਫੇਰਦੇ ਹਾਂ, ਪੋਚਾ ਲਾਉਂਦੇ ਹਾਂ, ਕਈ ਕੁਛ ਕਰਦੇ ਹਾਂ, ਅਸੀਂ ਦੂਜਿਆਂ ਦੇ ਘਰ ਨੂੰ ਬੁਰਾ ਕਹਿ ਰਹੇ ਹਾਂ, ਅਸੀਂ ਆਪਣੇ ਆਪ ਦੀ ਜਾਂ ਆਪਣੇ ਘਰ ਪਰਿਵਾਰ ਦੀ ਕੋਈ ਸਫਾਈ ਨਹੀਂ ਕੀਤੀ ਤਾਂ ਅਸੀਂ ਦੂਜਿਆਂ ਨੂੰ ਵੀ ਨਹੀਂ ਕਹਿ ਸਕਦੇ ਹਾਂ ਕਿ ਤੁਹਾਡਾ ਘਰ ਗੰਦਾ ਹੈ, ਤੁਹਾਡਾ ਘਰ ਮਾੜਾ ਹੈ। ਜੇਕਰ ਅਸੀਂ ਕਿਸੇ ਨੂੰ ਸਿੱਖਿਆ ਦੇਣੀ ਹੈ, ਪਹਿਲਾਂ ਅਸੀਂ ਆਪਣੇ ਆਪ ਨੂੰ ਸਿਖਾਈਏ। ਸੋ ਇਹ ਸਾਰੀਆਂ ਗੱਲਾਂ ਸਾਡੇ ਦਿਲ ਨਾਲ ਸੰਬੰਧਿਤ ਆ ਕਿ ਜੇਕਰ ਸਾਡੇ ਦਿਲ ਵਿੱਚ ਸਫਾਈ ਹੈ, ਯਾਨੀ ਕਿ ਪਵਿੱਤਰਤਾ ਹੈ, ਯਾਨੀ ਕਿ ਸ਼ੁੱਧਤਾ ਹੈ, ਫਿਰ ਇਹਦਾ ਜੋ ਅਸਰ ਹੈ ਸਾਡੀਆਂ ਸੋਚਾਂ 'ਤੇ ਹੁੰਦਾ ਹੈ। ਸਹੀ ਸੋਚ, ਸਹੀ ਵਿਚਾਰ ਹੋਣਗੇ। ਸਹੀ ਸੋਚਿਆ, ਸਹੀ ਵਿਚਾਰਿਆ, ਇਹਨਾਂ ਸਹੀ ਸੋਚਾਂ ਤੇ ਵਿਚਾਰਾਂ ਦਾ ਅਸਰ ਸਾਡੀ ਜ਼ੁਬਾਨ 'ਤੇ ਹੋਵੇਗਾ। ਇਸ ਕਰਕੇ ਜੋ ਅਸੀਂ ਬੋਲਾਂਗੇ ਉਹ ਸਹੀ ਗੱਲ ਹੋਏਗੀ। ਅਗਲੀ ਗੱਲ 'ਤੇ ਧਿਆਨ ਲਈਏ। ਮੰਨ ਲਓ ਅਕਸਰ ਅਸੀਂ ਭੁਲੇਖਾ ਖਾ ਜਾਂਦੇ ਹਾਂ। ਮੰਨ ਲਓ ਕਿਤੇ ਆਪਾਂ ਦੂਰ ਦਰਾਡੇ ਇੱਕ ਰੱਸੀ ਵੇਖ ਲਈਏ, ਉਹ ਉੱਤੇ ਕਈ ਵਾਲ ਹੁੰਦੇ ਆ, ਸ਼ਾਇਦ ਸਾਨੂੰ ਭੁਲੇਖਾ ਪੈ ਜਾਏਗਾ ਕਿ ਉਹ ਸੱਪ ਹੈ। ਉਹ ਕਿਹਦੀ ਗਲਤੀ ਹੈ? ਰੱਸੀ ਦੀ ਗਲਤੀ ਹੈ ਕਿ ਉਹ ਸੱਪ ਹੈ? ਨਹੀਂ, ਸਾਡੇ ਦੇਖਣ ਵਿੱਚ ਕੋਈ ਡਿਫੈਕਟ ਹੈ, ਕੋਈ ਤਰੁੱਟੀ ਹੈ, ਗਲਤੀ ਹੈ, ਸ਼ਾਇਦ ਸਾਡੇ ਦੇਖਣ ਵਿੱਚ ਹੀ ਕੋਈ ਸਮੱਸਿਆ ਹੈ। ਪਿਆਰਿਓ, ਜੋ ਖੁਦਾ ਹੈ ਉਹ ਖੁਦਾ ਨਾ ਸੱਜਿਓਂ ਦੇਖਦਾ, ਨਾ ਖੱਬਿਓਂ ਵੇਖਦਾ, ਨਾ ਪਿੱਛੋਂ ਵੇਖਦਾ, ਨਾ ਅੱਗਿਓਂ। ਉਹ ਉੱਪਰੋਂ ਵੇਖਦਾ ਹੈ। ਜਿਹੜਾ ਬੰਦਾ ਉੱਪਰੋਂ ਵੇਖਦਾ ਹੈ ਉਸ ਲਈ ਉਸ ਦੇ ਪਾਸੇ ਦੀ ਸਾਰੇ ਚਾਰੇ ਦੀਆਂ ਚਾਰੇ ਸਾਈਡਾਂ ਸਾਰੀਆਂ ਸਪਸ਼ਟ ਹੁੰਦੀਆਂ ਆ। ਆਪਾਂ ਖੁਦਾ ਵਰਗੂ ਨਹੀਂ ਬਣ ਸਕਦੇ। ਆਪਾਂ ਕਿਸੇ ਬੰਦੇ ਨੂੰ ਇੱਕ ਪਾਸੇ ਇੱਕ ਐਂਗਲ ਤੋਂ, ਇੱਕ ਨਜ਼ਰੀਏ ਤੋਂ ਵੇਖਦੇ ਹਾਂ। ਇਸ ਕਰਕੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਜਿੱਦਾਂ ਆਪਾਂ ਵੇਖਿਆ ਉਸ ਨੂੰ, ਉਸ ਨਜ਼ਰੀਏ ਨਾਲ ਉਹ ਸਹੀ ਹੈ ਜਾਂ ਗਲਤ ਹੈ। ਜੇਕਰ ਸਾਨੂੰ ਗਲਤ ਜਾਪਦਾ ਹੈ ਤੇ ਫਿਰ ਆਪਾਂ ਕਹਿੰਦੇ ਹਾਂ ਉਹ ਗਲਤ ਹੈ।
ਉਹ ਸਾਡੀ ਆਪਣੀ ਮੂਰਖਤਾ ਹੈ। ਅਸੀਂ ਖੁਦਾ ਵਾਂਗੂ ਕਿਸੇ ਨੂੰ ਉੱਪਰੋਂ ਨਹੀਂ ਇੱਦਾਂ ਵੇਖ ਸਕਦੇ ਤਾਂ ਜੋ ਸਾਰੀਆਂ ਸਾਈਡਾਂ ਸਾਡੇ ਲਈ ਸਪਸ਼ਟ ਹੋਣ ਕਿ ਵਾਕਈ ਉਹਦੇ ਵਿੱਚ ਕੋਈ ਗਲਤੀ ਹੈ ਜਾਂ ਨਹੀਂ। ਪਰ ਅਸੀਂ ਖੁਦਾ ਅੱਗੇ ਪ੍ਰਾਰਥਨਾ ਕਰ ਸਕਦੇ ਹਾਂ ਕਿ ਪ੍ਰਭੂ, ਇਸ ਤੋਂ ਪਹਿਲਾਂ ਕਿ ਅਸੀਂ ਕਿਸੇ ਨੂੰ ਜੱਜ ਕਰੀਏ, ਇਸ ਤੋਂ ਪਹਿਲਾਂ ਕਿ ਅਸੀਂ ਕਿਸ ਲਈ ਕੋਈ ਗੱਲ ਕਹੀਏ, ਅਸੀਂ ਇਹਨਾਂ ਤਿੰਨਾਂ ਗੱਲਾਂ ਤੇ ਧਿਆਨ ਦਈਏ ਕਿ ਮੈਂ ਉਹਦੇ ਬਾਰੇ ਜੋ ਜਾਣਦਾ ਹਾਂ ਉਹ ਸੱਚ ਹੈ, ਕੀ ਉਹ ਸਹੀ ਹੈ, ਕੀ ਉਹ ਲਾਭਦਾਇਕ ਹੈ। ਫਿਰ ਹੀ ਆਪਾਂ ਉਸ ਬੰਦੇ ਦੇ ਬਾਰੇ ਕੋਈ ਗੱਲ ਕਰੀਏ, ਫਿਰ ਹੀ ਆਪਾਂ ਉਸ ਬੰਦੇ ਦੇ ਬਾਰੇ ਕਿਸੇ ਨਾਲ ਕੋਈ ਗੱਲ ਸਾਂਝੀ ਕਰੀਏ। ਤੇ ਜੇਕਰ ਕਿਸੇ ਨਾਲ ਕੁਝ ਕਹਿਣਾ ਹੀ ਆ, ਆਪਾਂ ਹਮੇਸ਼ਾ ਚੰਗੀ ਗੱਲ ਹੀ ਕਹੀਏ, ਫਿਰ ਸਾਡੇ ਵਿੱਚ ਇਹ ਜੋ ਬੁਰਾਈ ਹੈ ਦੂਰ ਹੋਵੇਗੀ। ਹੌਲੀ ਹੌਲੀ ਸਾਡੇ ਆਪਣੇ ਵਿੱਚ ਸ਼ੁੱਧਤਾ ਜ਼ਿਆਦਾ ਹੋਵੇਗੀ। ਫਿਰ ਅਸੀਂ ਕਹਿ ਸਕਾਂਗੇ ਕਿ ਹਾਂਜੀ, ਜੋ ਸਾਡਾ ਭੈਣ ਭਰਾ ਹੈ ਉਹਦੇ ਵਿੱਚ ਬੁਰਾਈ ਹੈ, ਮੈਂ ਉਸ ਬੁਰਾਈ ਨੂੰ ਉਸ ਨੂੰ ਦੱਸਾਂ ਤਾਂ ਜੋ ਉਹਦੇ ਵਿੱਚ ਉਹ ਬੁਰਾਈ ਦੂਰ ਹੋਵੇ। ਜੇਕਰ ਆਪਣੇ ਆਪ ਦੇ ਵਿੱਚ ਹੀ ਬੁਰਾਈ ਹੈ ਤਾਂ ਅਸੀਂ ਦੂਜਿਆਂ ਉੱਤੇ ਕੋਈ ਅਧਿਕਾਰ ਨਹੀਂ ਰੱਖਦੇ ਕਿ ਅਸੀਂ ਉਹਨਾਂ ਨੂੰ ਦਰੁਸਤ ਕਰ ਸਕੀਏ ਜਾਂ ਉਹਨਾਂ ਨੂੰ ਸਿੱਖਿਆ ਦੇ ਸਕੀਏ। ਆਓ ਅਸੀਂ ਇਸ ਵਚਨ ਲਈ ਪ੍ਰਾਰਥਨਾ ਕਰੀਏ, ਨਾਲ ਹੀ ਖੁਦਾ ਦਾ ਧੰਨਵਾਦ ਕਰੀਏ ਕਿ ਖੁਦਾ ਨੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਹੈ। ਆਓ ਅਸੀਂ ਪੂਰੇ ਵਿਸ਼ਵਾਸ ਨਾਲ ਰਲ ਕੇ ਆਖੀਏ ਰਸੂਲਾਂ ਦਾ ਕਲਮਾ। ਮੈਂ ਖੁਦਾ ਤੇ ਇਮਾਨ ਰੱਖਦਾ ਹਾਂ ਜਿਹੜਾ ਬਾਪ ਪੂਰੀ ਕੁਦਰਤ ਵਾਲਾ, ਅਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। ਮੈਂ ਯਿਸੂ ਮਸੀਹ ਤੇ ਇਮਾਨ ਰੱਖਦਾ ਹਾਂ ਜਿਹੜਾ ਉਸ ਦਾ ਇਕਲੌਤਾ ਬੇਟਾ ਤੇ ਸਾਡਾ ਖੁਦਾਵੰਦ ਹੈ, ਔਰ ਉਹ ਪਾਕ ਦੀ ਕੁਦਰਤ ਨਾਲ ਕੁਆਰੀ ਮਰੀਮ ਦੇ ਘਰ ਵਿੱਚ ਪਿਆ ਅਤੇ ਉਸ ਤੋਂ ਜੰਮਿਆ। ਉਸਨੇ ਪੈਂਤੁਸ ਪਿਲਾਤੁਸ ਦੇ ਅਹਿਦੇ ਤੋਂ ਉਠਾਇਆ, ਸਲੀਬ ਉੱਤੇ ਚੜਾਇਆ ਗਿਆ, ਮਰ ਗਿਆ ਤੇ ਦਬਿਆ ਗਿਆ, ਬਰਜ਼ਖ ਵਿੱਚ ਜਾ ਉਤਰਿਆ, ਤੀਸਰੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ, ਅਸਮਾਨ ਉੱਤੇ ਚੜ ਗਿਆ, ਖੁਦਾ ਬਾਪ ਪੂਰੀ ਕੁਦਰਤ ਵਾਲੇ ਦੇ ਸੱਜੇ ਜਾ ਬੈਠਾ, ਜਿੱਥੋਂ ਜਿਉਂਦਿਆਂ ਤੇ ਮੁਰਦਿਆਂ ਦਾ ਇਨਸਾਫ ਕਰਨ ਲਈ ਫਿਰ ਆਵੇਗਾ। ਮੈਂ ਇਮਾਨ ਰੱਖਦਾ ਹਾਂ ਰੂਹ ਪਾਕ ਉੱਤੇ, ਇੱਕ ਪਾਕ ਕੈਥੋਲਿਕ ਕਲੀਸਿਆ, ਪਾਕ ਲੋਕਾਂ ਦੀ ਸ਼ਰਾਕਤ, ਗੁਨਾਹਾਂ ਦੀ ਮਾਫੀ, ਜਿਸਮ ਦਾ ਜੀਵਨਾ ਅਤੇ ਹਮੇਸ਼ਾ ਦੀ ਜ਼ਿੰਦਗੀ ਉੱਤੇ। ਆਮੀਨ। ਭਰਾਓ ਤੇ ਭੈਣੋ, ਆਓ ਅਸੀਂ ਖੁਦਾ ਦੇ ਵਚਨਾਂ ਉੱਤੇ ਵਿਸ਼ਵਾਸ ਰੱਖਦੇ ਹਾਂ, ਇਹਨਾਂ ਪਵਿੱਤਰ ਭੇਦਾਂ ਵਿੱਚ ਹਿੱਸਾ ਲੈਂਦਿਆਂ ਆਪਣੀਆਂ ਸਾਰੀਆਂ ਅਰਜ਼ਾਂ ਮਿੰਨਤਾਂ ਦੁਆਵਾਂ ਨੂੰ ਪ੍ਰਭੂ ਦੇ ਚਰਨਾਂ ਵਿੱਚ ਸੌਂਪੀਏ ਅਤੇ ਰਲ ਕੇ ਆਖੀਏ, ਐ ਪ੍ਰਭੂ ਸਾਡੀ ਦੁਆ ਸੁਣ, ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਪਾਕਮਾ ਕਲੀਸਿਆ ਲਈ ਦੁਆ ਮੰਗੀਏ ਕਿ ਉਹ ਲੋਕਾਂ ਲਈ ਇੱਕ ਐਸਾ ਨਿਸ਼ਾਨ ਬਣੇ ਜਿਸ ਤੋਂ ਉਹ ਇਹ ਜਾਣ ਲੈਣ ਕਿ ਪ੍ਰਭੂ ਯਿਸੂ ਮਸੀਹ ਅਸਾਂ ਸਾਰਿਆਂ ਨੂੰ ਸਾਡੇ ਸਵਰਗੀ ਘਰ ਨੂੰ ਲੈ ਜਾਣ ਵਾਸਤੇ ਇਸ ਦੁਨੀਆ ਵਿੱਚ ਆਇਆ ਹੈ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਪ੍ਰਭੂ ਯਿਸੂ ਮਸੀਹ ਦੇ ਪੈਰੋਕਾਰਾਂ ਲਈ ਪ੍ਰਾਰਥਨਾ ਕਰੀਏ ਕਿ ਉਹ ਆਪਣੇ ਜੀਵਨ ਦੀ ਮਿਆਰ ਨੂੰ ਇਸ ਧਰਤੀ ਤੇ ਅਰਜਤ ਕੀਤੇ ਜਾਣ, ਧਨ ਦੌਲਤ ਜਾਂ ਜੋ ਵੀ ਮਲਕੀਅਤ ਉਹਨਾਂ ਇਕੱਠੀ ਕੀਤੀ ਹੈ ਨਾਲ ਨਾ ਪਰਖਣ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਉਹਨਾਂ ਲਈ ਦੁਆ ਮੰਗੀਏ ਜਿਹੜੇ ਖਾਸ ਜ਼ਰੂਰਤਮੰਦ, ਇਕੱਲੇ, ਸੋਗ ਸੰਤਾਪ ਵਿੱਚ ਫਸੇ, ਗਰੀਬ, ਭੁੱਖੇ, ਦਲਿਤ ਅਤੇ ਬੇਸਹਾਰਾ ਹਨ ਕਿ ਰੂਹ ਪਾਕ ਉਹਨਾਂ ਨੂੰ ਤਸੱਲੀ ਤੇ ਦਿਲਾਸਾ ਦੇਵੇ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਆਓ ਅਸੀਂ ਬਿਮਾਰ ਭੈਣਾਂ ਭਰਾਵਾਂ ਲਈ ਪ੍ਰਾਰਥਨਾ ਕਰੀਏ। ਜਿੰਨੇ ਬਿਮਾਰ ਭੈਣ ਭਰਾ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਆਓ ਅਸੀਂ ਉਹਨਾਂ ਨੂੰ ਖੁਦਾ ਦੀ ਦਇਆ ਦੇ ਹਵਾਲੇ ਕਰਦੇ ਹੋਏ ਪ੍ਰਭੂ ਦੀ ਦਇਆ ਦੀ ਮੰਗ ਕਰੀਏ ਕਿ ਪ੍ਰਭੂ ਆਪਣੀ ਦਇਆ ਵਿੱਚ ਉਹਨਾਂ ਦੇ ਗੁਨਾਹ ਗਲਤੀਆਂ ਮਾਫ ਕਰਕੇ ਛੁਕੇ ਚੰਗੀ ਸਿਹਤ ਅਤੇ ਤੰਦਰੁਸਤੀ ਪ੍ਰਦਾਨ ਕਰੇ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਆਓ ਅਸੀਂ ਖਾਸ ਤੌਰ ਤੇ ਮਿਸ਼ਨਰੀਆਂ ਲਈ ਪ੍ਰਾਰਥਨਾ ਕਰੀਏ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਚੁਣਿਆ ਹੈ, ਮਖਸੂਸ ਕੀਤਾ ਹੈ ਕਿ ਉਹ ਜਿੱਥੇ ਕਿਤੇ ਵੀ ਹੋਣ ਪ੍ਰਭੂ ਦੇ ਮਿਹਰ ਭਰੇ ਹੱਥਾਂ 'ਚ ਸੁਰੱਖਿਅਤ ਰਹਿਣ, ਪ੍ਰਭੂ ਦੇ ਵਚਨਾਂ ਦਾ ਪ੍ਰਚਾਰ ਪ੍ਰਭੂ ਦੀ ਪਵਿੱਤਰ ਆਤਮਾ ਦੀ ਅਗਵਾਈ ਹੇਠ ਕਰ ਸਕਣ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਸੰਗਤ ਲਈ ਦੁਆ ਕਰੀਏ ਭਈ ਅਸੀਂ ਇਹ ਮਹਿਸੂਸ ਕਰ ਸਕੀਏ ਕਿ ਜ਼ਿੰਦਗੀ ਦੀਆਂ ਬਹੁਮੁੱਲੀਆਂ ਚੀਜ਼ਾਂ ਦਰਅਸਲ ਉਹ ਧਨ ਹਨ ਜਿਨ੍ਹਾਂ ਨੂੰ ਧਨ ਨਾਲ ਖਰੀਦਿਆ ਨਹੀਂ ਜਾ ਸਕਦਾ, ਜਿਵੇਂ ਚੰਗੀ ਸਿਹਤ, ਮਿੱਤਰਤਾ, ਮਨ ਦੀ ਸ਼ਾਂਤੀ ਅਤੇ ਦਿਲ ਦੀ ਨੇਕੀ, ਅਤੇ ਪ੍ਰਭੂ ਸਾਨੂੰ ਇਹ ਸਭ ਨਿਹਮਤਾਂ ਪ੍ਰਦਾਨ ਕਰੇ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਆਓ ਅਸੀਂ ਮਾਮੂਲੀ ਸਪਾਸ਼ ਮੰਗਦੇ ਰਲ ਕੇ ਆਖੀਏ, ਇਸਲਾਮ ਐ ਮਰੀਮ ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ।
ऐ हजरत मरियम खुदा दी मां असां गुनाहगारां ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਐ ਸਭ ਸ਼ਕਤੀਮਾਨ ਖੁਦਾ ਸਾਡੇ ਬਾਪ, ਤੂੰ ਸਾਡੇ ਸਾਰਿਆਂ ਦਾ ਸਵਾਗਤ ਕਰਦਾ ਹੈ ਤੇ ਸਾਡੇ ਨਾਲ ਪਿਆਰ ਅਤੇ ਦਇਆ ਭਰਿਆ ਸਲੂਕ ਕਰਦਾ ਹੈ। ਐ ਪ੍ਰਭੂ, ਸਾਨੂੰ ਵੀ ਆਪਣੇ ਭੈਣਾਂ ਭਰਾਵਾਂ ਨਾਲ ਦੋਸਤਾਨਾ ਅਤੇ ਸਹਾਇਤਾ ਭਰਿਆ ਵਰਤਾਵ ਕਰਨ ਦੀ ਸਿੱਖਿਆ ਪ੍ਰਦਾਨ ਕਰ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਸੀਲੇ, आमीन। प्यारे खुदाया कर ले परवार, अर्पण करा मैं रोज समझा। प्यारे खुदाया कर ले परवार, अर्पण करा मैं रोज समझा। मेरे कसूरानों कर दे तू मां, बरकत दे मैनू मैं होवा वफादार। मेरे कसूरानों कर दे तू मां, बरकत दे मैनू मैं होवा वफादार। मेरा तू प्यारे रख दिया, अर्पण करा मैं रोजे समझा। प्यारे खुदाया कर ले परवार, अर्पण करा मैं रोजे समझा। अर्पण करा मैं रोजे समझा, अर्पण करा मैं रोजे समझा। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੈ ਖੁਦਾ, ਚੜਾਵੇ ਦੇ ਤੋਹਫੇ ਸਾਨੂੰ ਤੇਰੇ ਤੋਂ ਹੀ ਮਿਲੇ ਹਨ ਅਤੇ ਤੂੰ ਇਹਨਾਂ ਨੂੰ ਸਾਡੇ ਹੱਥੋਂ ਸਾਡੀ ਪ੍ਰੋਹਤਾਈ ਸੇਵਾ ਦੇ ਨਿਸ਼ਾਨ ਵਜੋਂ ਕਬੂਲ ਕਰਦਾ ਹੈ। ਬਖਸ਼ ਦੇ ਕਿ ਇਹ ਨਜ਼ਰਾਨੇ ਜਿਨ੍ਹਾਂ ਰਾਹੀਂ ਤੂੰ ਸਾਡੀ ਕਾਬਲੀਅਤ ਨੂੰ ਮੰਨ ਲੈਂਦਾ ਹੈ, ਇਹ ਸਾਡੇ ਲਈ ਸਦੀਵੀ ਖੁਸ਼ੀ ਦਾ ਇਨਾਮ ਲੈ ਕੇ ਆਉਣ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, आमीन। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਸਾਰੀਆਂ ਚੀਜ਼ਾਂ ਤੇਰੀਆਂ ਹੀ ਰਚੀਆਂ ਹਨ, ਸਭ ਰੁੱਤਾਂ ਅਤੇ ਸਮੇਂ ਤੇਰੇ ਨਿਯਮਾਂ ਨੂੰ ਮੰਨਦੇ ਹਨ। ਪਰ ਤੂੰ ਇਨਸਾਨ ਨੂੰ ਆਪਣੇ ਹੀ ਸਰੂਪ ਉੱਤੇ ਬਣਾਉਣਾ ਚਾਹਿਆ ਅਤੇ ਸਾਰੇ ਸੰਸਾਰ ਨੂੰ ਉਸ ਦੇ ਸਭ ਅਜੂਬਿਆਂ ਸਣੇ ਉਸ ਦੇ ਅਧੀਨ ਕਰ ਦਿੱਤਾ। ਤੂੰ ਇਨਸਾਨ ਨੂੰ ਸਾਰੀ ਸ੍ਰਿਸ਼ਟੀ ਦਾ ਕਰ ਮੁਖਤਿਆਰ ਠਹਿਰਾਇਆ ਤਾਂ ਕਿ ਉਹ ਦਿਨੋਂ ਦਿਨ ਤੇਰੀ ਦਨਾਈ ਅਤੇ ਕੁਦਰਤ ਦੇ ਅਨੋਖੇ ਕੰਮਾਂ ਦੇ ਲਈ ਮਸੀਹ ਸਾਡੇ ਪ੍ਰਭੂ ਦੇ ਰਾਹੀਂ ਤੇਰੀ ਵਡਿਆਈ ਕਰੇ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜੱਥਿਆਂ ਨਾਲ ਮਿਲ ਕੇ ਤੇਰੀ ਮਹਿਮਦ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। पाक 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 खुदावन सदा, पाक 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 खुदावन सदा, खुदावन सदा लश्कराना खुदा।
लश्करां दा खुदा। ज़मीन आसमान तेरी वडियाइयां नाल परे मन उच्चिया विचों होसना। ज़मीन आसमान तेरी वडियाइयां नाल परे मन उच्चिया विचों होसना। होसना 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 होसना। पाक 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 खुदावन सदा। पाक 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 खुदावन सदा। खुदावन सदा लश्करां दा खुदा। खुदावन सदा लश्करां दा खुदा। तने है खुदा वंदे नां दे उत्ते जो आंदा है उच्चिया विचों होसना। तने है खुदा वंदे नां दे उत्ते जो आंदा है उच्चिया विचों होसना। होसना 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 होसना। पाक 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 खुदावन सदा। पाक 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 खुदावन सदा। खुदावन सदा लश्करां दा खुदा। खुदावन सदा लश्करां दा खुदा। ऐ प्रभु तू सचमुच पवित्र है ਅਤੇ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਤੇ ਰੂਪ ਆਦਿ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਹੈ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਸੇ ਹੀ ਰੂਹ ਪਾਕ ਦੇ ਰਾਹੀਂ ਇਹਨਾਂ ਨਜ਼ਾਰਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਨਾਲ ਵਿਸ਼ਵਾਸਘਾਤ ਕੀਤਾ ਗਿਆ ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ ਨਵੇਂ ਅਤੇ ਸਤੀਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ ਮੇਰੀ ਯਾਦ ਵਿੱਚ ਇਹ ਕਰਿਆ ਕਰੋ।
ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਇਸ ਲਈ ਐ ਪ੍ਰਭੂ, ਅਸੀਂ ਤੇਰੇ ਬੇਟੇ ਦੇ ਮੁਕਤੀਕਾਰੀ ਦੁੱਖ ਭੋਗ ਉਸ ਦੇ ਜਲਾਲੀ ਜੀ ਉੱਠਣ ਅਤੇ ਸਵਰਗ ਵਿੱਚ ਚੜ੍ਹ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਹਦੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੇ ਹਾਂ। ਇਹ ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਵੇ ਉੱਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ, ਜਿਸ ਦੀ ਕੁਰਬਾਨੀ ਤੋਂ ਰਾਜ਼ੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਜਾਏ ਹੋਏ ਅਤੇ ਉਸ ਦੇ ਰੂਹ ਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਬਦਨ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਤੀਵੀ ਨਿਸ਼ਾਨਾ ਬਣਾਵੇ ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆ ਨਾਲ, ਖਾਸ ਕਰਕੇ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਸਨ ਯੂਸਫ ਦੇ ਨਾਲ, ਤੇਰੇ ਤਾਂ ਰਸੂਲਾਨਾ ਤੇਜਸਵੀ ਸ਼ਹੀਦਾਨਾ ਸੰਤ ਪਤਰਸ, ਪੌਲੁਸ, ਇੰਦਰੀਆਸ, ਸੰਤ ਯਹੰਨਾ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਐ ਪ੍ਰਭੂ, ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਅਸਰਦਾਇਕ ਹੋਵੇ। ਤੋ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸਿਆ ਨੂੰ, ਆਪਣੇ ਸੇਵਕ ਸਾਡੇ ਸੰਤ ਪਾਪਾ ਫ੍ਰਾਂਸਿਸ ਨੂੰ, ਸਾਡੇ ਬਿਸ਼ਪਾਂ ਫ੍ਰੈਂਕੋ ਤੇ ਇਗਨੈਲੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਐ ਦਿਆਲੂ ਬਾਪ, ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਹੇ ਭੈਣਾਂ ਭਰਾਵਾਂ ਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦਿਆਂ ਇਸ ਸੰਸਾਰ ਵਿੱਚ ਉਹ ਚਲਾਣਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਵੀ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲਤ ਤੇ ਵਿਦਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਪੂਰਨ ਭਰੋਸਾ ਰੱਖਦੇ ਹੋਏ ਉਹਨਾਂ ਸ਼ਬਦਾਂ ਵਿੱਚ ਉਸੇ ਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਸਾਡੇ ਬਾਪ ਜਿਹੜਾ ਅਸਮਾਨ ਤੇ, ਤੇਰਾ ਨਾਮ ਪਾਕ ਸਦਾ ਮੰਨਿਆ ਜਾਵੇ। ਐ ਸਾਡੇ ਬਾਪ ਜਿਹੜਾ ਅਸਮਾਨ ਤੇ, ਤੇਰਾ ਨਾਮ ਪਾਕ ਸਦਾ ਮੰਨਿਆ ਜਾਵੇ। तेरा राज आवे होवे तेरी मर्जी, तेरा राज आवे होवे तेरी मर्जी। जिस तरह आसमान ते जमीन ते होवे, जिस तरह आसमान ते जमीन ते होवे। साडे रोज दी रोटी अज सानू दे, साडे रोज दी रोटी अज सानू दे। ते साडे सब कसूर सानू माफ कर दे, ते साडे सब कसूर सानू माफ कर दे। ऐ साडे बाप जेड़ा आसमान ते, तेरा नाम पाक सदा मन्निया जावे। ऐ साडे बाप जेड़ा आसमान ते,
सदा मन्निया जावे। जिवें असीं अपने कसूरवारां नूं, जिवें असीं अपने कसूरवारां नूं, उन्हां दे कसूर असीं माफ कर दे, उन्हां दे कसूर असीं माफ कर दे। सानू ए खुदा अजमैश विच ना पा, सानू ए खुदा अजमैश विच ना पा, सगो बुरे आई तो सानू बचा, सगो बुरे आई तो सानू बचा। है साडे बाप जेड़ा आसमान ते, तेरा नाम पाक सदा मन्निया जावे। है साडे बाप जेड़ा आसमान ते, तेरा नाम पाक सदा मन्निया जावे। ऐ प्रभु असीं प्रार्थना करते हाँ, सब बुराइयां तो सन बचा, अपने रहम नाल साडे दिनां विच शांति दे, तां जो तेरी दया दी मदद नाल असीं हमेशा गुनाह तो मुक्त रहिए अते हर मुसीबत तो सुरक्षित रहिए। जिवें मुबारक मीर डकदे होए असीं यीशु मसीह साडे मुक्तिदाते दे आउण दी उਡੀਕ करदे हाँ। क्यों जो राज कुदरत प्रताप तेरा है, क्यों जो राज कुदरत प्रताप तेरा है, सदा तो है सदा टिक रहेगा, सदा तो है सदा टिक रहेगा। ऐ प्रभु यीशु मसीह तो अपने रसूलां आख्या, मैं तुहानू शांति दिंदा हाँ, अपनी शांति मैं तुहानू प्रदान करदा हाँ। तू साडे गुनाहां नू नहीं सगों अपनी कलीसिया दे ईमान नू वेख अते उस नू अपनी मर्जी मुताबक शांति अते एकता प्रदान कर। तुझे जिंदा ते राज करना है सदा तो सदा तिकर। आमीन। प्रभु दी शांति सदा तुहाडे नाल होवे अते तुहाडी रूह नाल भी होवे। असीं आपो विच शांति दा सलाम दईए। ले खुदा दे तू दुनिया दे गुनाह नू चुक ले जांदा है। अज साडे उत्ते दया करो, अज साडे उत्ते दया करो। ले खुदा दे तू दुनिया दे गुनाह नू चुक ले जांदा है। अज साडे उत्ते दया करो, अज साडे उत्ते दया करो। ले खुदा दे तू दुनिया दे गुनाह नू चुक ले जांदा है। अज सानू शांति प्रदान करो, अज सानू शांति प्रदान करो। ਵੇਖੋ ਖੁਦਾ ਦਾ ਲੀਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ऐ प्रभु मैं इस योग्यता नहीं हाँ कि तू मेरी छत थले आवे, पर एक शब्द आख अते मेरी रूह चंगी हो जावेगी। तो जिंदगी दी
यीशु कुवाड़ दे। रोटी तू जिंदगी दी, यीशु कुवाड़ दे। आबे हयात नाल त्यों सानू प्यार दे। आबे हयात नाल तू सानू प्यार दे। रोटी तू जिंदगी दी, यीशु कुवाड़ दे। रोटी तू जिंदगी दी, यीशु कुवाड़ दे। तेरे आण पे मुर्दे ऐ मसीह। बूहे ते तेरे आण पे मुर्दे ऐ मसीह। लाज़र दे वांगर ना दो आके उठाड़ दे। लाज़र दे वांगर ना दो आके उठाड़ दे। रोटी तू जिंदगी दी, यीशु कुवाड़ दे। यीशु कुवाड़ दे। यीशु कुवाड़ दे। ਅਸੀਂ ਪ੍ਰਾਰਥਨਾ ਕਰੀਏ। ਐ ਮਿਹਰਬਾਨ ਖੁਦਾ ਸਾਡੇ ਬਾਪ, ਪਾਕ ਯੂਕਰਿਸਤ ਦੇ ਇਸ ਸਾਕਰਾਮੈਂਟ ਨਾਲ ਤੂੰ ਸਾਨੂੰ ਇਸ ਦੁਨੀਆ ਵਿੱਚ ਆਪਣੇ ਭੋਜ ਵਿੱਚ ਹਿੱਸੇਦਾਰ ਬਣਾਉਂਦਾ ਹੈ। ਬਖਸ਼ ਦੇ ਕਿ ਇਸ ਤੀਵੀ ਜੀਵਨ ਵਿੱਚ ਤੇਰੇ ਨਾਲ ਪੂਰੀ ਤਰ੍ਹਾਂ ਸ਼ਰੀਕ ਹੋਣ ਦੇ ਲਾਇਕ ਬਣਾ ਦੇਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਇਸ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇ ਤੋਂ ਖਾਲੀ ਗਿਆ ਹੋਵੇ। ਐ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਾਰੇ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। कलवरी पर सुनता हूँ मैं प्रभु यीशु की आवाज़। ये है तेरी माँ, ये है तेरी माँ, तब से मरियम मेरी माँ। यीशु की माँ मेरी माँ। कलवरी पर सुनता हूँ मैं प्रभु यीशु की आवाज़। ये है तेरी माँ, ये है तेरी माँ, तब से मरियम मेरी माँ। यीशु की माँ मेरी माँ।
जैसे ममता दिखाई, हम पर दया बरसाई। काना में जैसे ममता दिखाई, हम पर दया बरसाई। आज तू आजा मेरे दिल में, आसरा दे आंचल में। आज तू आजा मेरे दिल में, आसरा दे आंचल में। कलवरी पर सुनता हूँ मैं प्रभु यीशु की आवाज़। ये है तेरी माँ, ये है तेरी माँ, तब से मरियम मेरी माँ। यीशु की माँ मेरी माँ, तब से मरियम मेरी माँ। यीशु की माँ मेरी माँ।